ਅੰਮ੍ਰਿਤਸਰ ਪੇਜ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਸਵਾਗਤ ਹੈ। ਸਾਊਥ ਹਲਕੇ ਦੇ ਵਿੱਚ ਰੂਬਰੂ ਸਾਡੇ ਨਾਲ ਹੋਣ ਜਾ ਰਹੀ ਉਹ ਸ਼ਖਸੀਅਤ ਜਿਹਦੇ ਆਪਾਂ ਪਰਿਵਾਰ ਦੀ ਗੱਲ ਕਰੀਏ, ਪੀੜ੍ਹੀ ਦਰ ਪੀੜ੍ਹੀ ਪਿਛਲੇ 50 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਸਾਊਥ ਹਲਕੇ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਸੇਵਾ ਕਰ ਰਹੇ ਨੇ। ਔਰ ਉਹਨਾਂ ਦਾ ਬੇਟਾ ਉਹਨਾਂ ਦੇ ਬੇਟੇ ਨੇ ਵੀ 10 ਸਾਲ ਅਕਾਲੀ ਦਲ 'ਚ ਹੰਡਾਏ ਨੇ। ਅੱਜ ਉਹ ਬੀਜੇਪੀ ਦੇ ਵਿੱਚ ਨੇ ਔਰ ਸਾਊਥ ਹਲਕੇ ਦੇ ਵਿੱਚ ਤਿਆਰੀ ਕਰ ਰਹੇ ਨੇ। ਅਕਾਲੀ ਦਲ ਦੇ ਵਿੱਚ ਵੀ ਉਹਨਾਂ ਦੀ ਪੂਰੀ ਤਿਆਰੀ ਸੀ, ਲੇਕਿਨ ਕੁਝ ਗੱਲਾਂ ਐਸੀਆਂ ਹੋਈਆਂ ਜਿਨ੍ਹਾਂ ਕਰ ਕੁਤਾਹੀ ਰਹਿ ਗਈ ਹੋਏਗੀ। ਬੀਜੇਪੀ ਦੇ ਵਿੱਚ ਫੁੱਲ ਬਟਾ ਫੁੱਲ ਅਸੀਂ ਕਹਿ ਸਕਦੇ ਹਾਂ ਤਿਆਰੀ ਕਰ ਰਹੇ ਨੇ। ਅਸੀਂ ਗੁਰੂ ਕਰਵਾਉਣ ਜਾ ਰਹੇ ਹਾਂ ਕਮਰਬੀਰ ਸਿੰਘ ਮੰਜਲ ਹੋਣਾ ਨਾਲ, ਜਿਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਹੈ ਔਰ ਇਸ ਵੇਲੇ ਵੀ ਪੂਰੀ ਮਿਹਨਤ ਕਰ ਰਹੇ ਨੇ ਦਿਲੋਂ ਜਾਨ ਦੇ ਨਾਲ। ਬੀਜੇਪੀ ਦੇ ਸਿੱਬਲ ਤੇ ਮੈਨੂੰ ਲੱਗਦਾ ਹੈ ਕਿ ਲੜਨ ਦੀ ਤਿਆਰੀ ਕਰ ਰਹੇ ਨੇ। ਮੱਜਲ ਜੀ, ਇਸ ਵੇਲੇ ਕਿਹੜੇ ਅਹੁਦੇ ਤੇ ਤੁਸੀਂ ਹੈਗੇ ਹੋ? ਮੈਂ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੇ ਵਿੱਚ OBC ਮੋਰਚਾ ਪੰਜਾਬ ਦਾ ਮਹਾਮੰਤਰੀ ਹਾਂ ਜੀ, ਜਨਰਲ ਸੈਕਟਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇਸ ਵੇਲੇ ਜਨਰਲ ਸੈਕਟਰੀ ਦੀ ਸੇਵਾ ਨਿਭਾ ਰਿਹਾ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ OBC ਮੋਰਚੇ ਦੀ। ਮੰਜਲ ਜੀ, ਅੰਮ੍ਰਿਤਸਰ ਪੇਜ ਤੇ ਲੋਕ ਵੀ ਜਾਣਨਾ ਚਾਹੁੰਦੇ ਨੇ, ਅਕਾਲੀ ਦਲ ਦੇ ਵਿੱਚ ਸੇਵਾ ਤੁਸੀਂ ਕੀਤੀ, ਸੁਪਰਸਟਾਰ ਤੱਕ ਤੁਸੀਂ ਨਾਲ ਰਹੇ ਹੋ ਡਿਪਟੀ CM ਦੇ। ਕਿਹੜੀ ਐਸੀ ਕੁਤਾਹੀ ਹੋਈ ਕਿ ਇੱਕਦਮ ਵਿਛੋੜਾ ਪਾ ਲਿਆ? ਮੈਂ ਮੰਨਦਾ ਹਾਂ ਕਿ ਅੱਜ ਜੋ ਹਾਲਾਤ ਨੇ, ਗੁੜ ਨਾਲੋਂ ਮਿੱਠਾ ਰਿਸ਼ਤਾ ਸੀ ਬੀਜੇਪੀ ਅਕਾਲੀ ਦਲ ਦਾ, ਉਹ ਵੀ ਟੁੱਟਿਆ। ਲੇਕਿਨ ਅੰਮ੍ਰਿਤਸਰ ਪੇਜ ਤੇ ਤੁਹਾਡੇ ਹਲਕੇ ਦੇ ਲੋਕ ਵੀ ਜਾਣਨਾ ਚਾਹੁੰਦੇ ਆ, ਕਿਹੜੀ ਐਸੀ ਗੱਲ ਹੋਈ? ਦੇਖੋ ਜੀ, ਅਕਾਲੀ ਦਲ ਦੇ ਵਿੱਚ ਮੈਂ ਤੀਸਰੀ ਪੀੜ੍ਹੀ ਹਾਂ ਜੀ ਜਿਹੜਾ ਸੇਵਾ ਕਰ ਰਿਹਾ। ਇਸ ਤੋਂ ਪਹਿਲਾਂ ਮੇਰੇ ਗ੍ਰੈਂਡਫਾਦਰ, ਮੇਰੇ ਫਾਦਰ ਸਾਹਿਬ ਨੇ ਬਹੁਤ ਲੰਮੀਆਂ ਜੇਲ੍ਹਾਂ ਕੱਟੀਆਂ ਨੇ ਅਕਾਲੀ ਦਲ ਵਾਸਤੇ। ਮੈਂ ਵੀ ਅਕਾਲੀ ਦਲ ਦੀ ਬਹੁਤ ਤਨਦੇਹੀ ਨਾਲ ਸੇਵਾ ਕੀਤੀ ਆ, ਜਿਸ ਦੇ ਵਿੱਚ ਅਕਾਲੀ ਦਲ ਨੇ ਮੈਨੂੰ ਮਾਨ ਸਨਮਾਨ ਵੀ ਬਹੁਤ ਬਖਸ਼ਿਆ। ਮੈਂ ਐਜ਼ ਏ ਸੀਨੀਅਰ ਵਾਈਸ ਚੇਅਰਮੈਨ ਰਾਮਗੜੀਆ ਵੈਲਫੇਅਰ ਬੋਰਡ ਪੰਜਾਬ ਸਰਕਾਰ ਸੇਵਾ ਕੀਤੀ ਆ ਜੀ। ਚਲੋ, ਹੁਣ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਮਤਲਬ ਕਿ ਨਾ ਹੀ ਕੀਤੀਆਂ ਜਾਣ ਤੇ ਚੰਗੀਆਂ ਨੇ। ਮੈਂ ਬੇਨਤੀ ਕਰਾਂਗਾ, ਬਸ ਕੁਝ ਐਸੀ ਹਾਲਾਤ ਬਣ ਗਏ ਵਾਲੀਆ ਸਾਹਿਬ ਵੀ ਮੈਨੂੰ ਮਜਬੂਰਨ। ਮੰਜਲ ਜੀ, ਮੈਂ ਤੁਹਾਡਾ ਧਿਆਨ ਦਵਾਵਾਂ, ਤੁਸੀਂ ਜੇਤਲੀ ਸਾਹਿਬ ਨੂੰ ਮਿਲ ਕੇ ਆਏ, ਬਿਲਕੁਲ ਕੰਢੇ ਤੇ ਬਿਲਕੁਲ ਆਪਾਂ ਪਹੁੰਚ ਗਏ ਕਿਨਾਰੇ ਤੇ, ਫਿਰ ਕਿਹੜਾ ਐਸਾ ਤੂਫਾਨ ਆ ਗਿਆ ਕਿ ਆਪਾਂ ਥੋੜਾ ਬੈਕਫੁੱਟ ਤੇ ਆਏ? ਚਲੋ ਸਰ, ਮੈਂ ਬੇਨਤੀ ਕਰਾਂਗਾ, ਤੁਸੀਂ ਮੇਰੇ ਭਰਾ ਜੇ, ਮੈਂ ਇਸ ਗੱਲ ਤੇ ਨਹੀਂ ਜਾਣਾ। ਜਿਹੜੀ ਚੀਜ਼ ਹੱਥ 'ਚ ਨਹੀਂ ਆਈ ਉਹਦਾ ਆਪਾਂ ਡਿਸਕਸ ਕਰੀ ਜਾਈਏ ਤੇ ਉਹਦੇ ਤੇ ਕੋਈ ਬਣਦਾ ਨਹੀਂ। ਮੈਂ ਜੇਤਲੀ ਸਾਹਿਬ ਨੂੰ ਅੱਜ ਪ੍ਰਮਾਤਮਾ ਉਹਨਾਂ ਨੂੰ ਸੁਰਗਾਂ 'ਚ ਵਾਸਾ ਦੇਵੇ, ਉਹਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਔਰ ਮੈਨੂੰ ਇੱਕ ਬੜੇ ਵੱਡੇ ਮੁਕਾਮ ਤੇ ਪਹੁੰਚਾਉਣ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ। ਚਲੋ, ਮੇਰੀ ਪਾਰਟੀ ਦੀ ਮੈਨੂੰ ਉਸ ਲੈਵਲ ਤੇ, ਹਾਲਾਂਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਮੇਰੀ ਸਪੋਰਟ ਕੀਤੀ ਉਸ ਕੰਮ ਦੇ ਵਿੱਚ, ਮੈਨੂੰ ਸਿਫਾਰਿਸ਼ ਲੈਟਰ ਵੀ ਦਿੱਤੀ, ਸਾਰਾ ਕੁਝ, ਬਟ ਕੁਝ ਕਾਰਨ ਬਣ ਗਏ ਜਿਹਦੇ ਕਰਕੇ ਉਹ ਕੰਮ ਨਹੀਂ ਹੋ ਸਕਿਆ। ਮੈਂ ਬੇਨਤੀ ਕਰਾਂਗਾ ਆਪਾਂ ਉਹਦੇ ਤੇ ਨਾ ਡਿਸਕਸ ਕਰੀਏ। ਹੋਰ ਕੋਈ ਮੈਂ ਵੀ ਇਹੀ ਚਾਹੁੰਦਾ ਕਿ ਸਮੇਂ ਦੇ ਹਿਸਾਬ ਦੇ ਨਾਲ ਜੇ ਇਨਸਾਨ ਬਦਲਦਾ ਹੈ ਤੇ ਉਹ ਅੱਗੇ ਵੱਧਦਾ ਹੈ, ਕਿਉਂਕਿ ਸਮਾਂ ਸਮਰੱਥ। ਜੇ ਅਸੀਂ ਬਦਲਦੇ ਹਾਂ, ਬਦਲਾਵ ਆਉਂਦਾ ਹੈ, ਤੇ ਅਸੀਂ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਤੁਹਾਨੂੰ ਹੋ ਸਕਦਾ ਬੀਜੇਪੀ ਦੇ ਸਿੱਬਲ ਤੇ ਟਿਕਟ ਮਿਲਦੀ ਹੈ ਤੇ ਆਪਣੇ ਹਲਕੇ 'ਚ ਸੇਵਾ ਕਰਨ ਦਾ ਮੌਕਾ ਮਿਲਦਾ, ਤੇ ਬਹੁਤ ਵਧੀਆ ਗੱਲ ਆ। ਪਿਛਲੇ ਮੈਂ ਕੁਝ ਮਹੀਨਿਆਂ ਤੋਂ ਦੇਖ ਰਿਹਾ, ਬਹੁਤ ਮਿਹਨਤ ਕਰ ਰਹੇ ਹੋ, ਤਿਆਰੀਆਂ ਕਰ ਰਹੇ ਹੋ, ਮੈਨੂੰ ਤੇ ਇਸ ਤਰ੍ਹਾਂ ਲੱਗਦਾ ਪਿਆ। ਲੇਕਿਨ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ? ਕੋਈ ਇਸ਼ਾਰਾ ਹੋਇਆ? ਦੇਖੋ ਜੀ, ਇਸ਼ਾਰਾ ਉਹ ਕਹਿੰਦੇ ਕਾਣਿਆਂ ਘੋੜੀ ਚੜੇ ਤੇ ਜਾਣਿਆ, ਇਹ ਤੇ ਉਹ ਕਹਾਵਤਾਂ ਨੇ, ਸਿਆਸਤ ਆ, ਸਿਆਸਤ ਦੇ ਵਿੱਚ। ਪਰ ਮੈਂ ਬੀਜੇਪੀ ਦਾ ਬੜਾ ਸ਼ੁਕਰਗੁਜ਼ਾਰ ਹਾਂ। ਮੈਨੂੰ ਨਿਮਾਣੇ ਜੀ ਨੂੰ ਇੱਕ ਬੜਾ ਵੱਡਾ ਸਨਮਾਨ ਬੀਜੇਪੀ ਨੇ, ਭਾਰਤੀ ਜਨਤਾ ਪਾਰਟੀ ਨੇ ਦਿੱਤਾ। ਜਿਸ ਤਰ੍ਹਾਂ ਮੈਂ ਬਾਹਰਲੀ ਪਾਰਟੀ ਤੋਂ ਆਇਆ ਸੀਗਾ, ਆਨੰਦ ਸ਼ਰਮਾ ਜੀ ਨੇ ਮੈਨੂੰ ਜੁਆਇਨ ਕਰਵਾਈ ਬੀਜੇਪੀ। ਉਸ ਤੋਂ ਬਾਅਦ ਅਸ਼ਵਨੀ ਸ਼ਰਮਾ ਜੀ ਦਾ ਮੈਂ ਕੋਟਨ ਕੋਟ ਧੰਨਵਾਦੀ ਹਾਂ। ਰਜਿੰਦਰ ਬਿੱਟਾ ਜੀ ਸਾਡੇ OBC ਮੋਰਚਾ ਪੰਜਾਬ ਦੇ ਪ੍ਰਧਾਨ ਨੇ, ਜਿਨ੍ਹਾਂ ਨੇ ਮੈਨੂੰ ਇੱਕ ਬੜੀ ਅਹਿਮ ਜ਼ਿੰਮੇਵਾਰੀ ਦਿੱਤੀ, ਜਿਸ ਦੇ ਵਿੱਚ ਮੈਨੂੰ OBC ਮੋਰਚੇ ਦਾ ਮਹਾਮੰਤਰੀ ਪੰਜਾਬ ਲਗਾਇਆ ਗਿਆ। ਅੱਜ ਮੈਂ ਸਾਰੇ ਪੰਜਾਬ ਦੇ 33 ਜ਼ਿਲ੍ਹਿਆਂ ਦੇ ਵਿੱਚ ਸੇਵਾ ਕਰ ਰਿਹਾ ਹਾਂ ਔਰ ਬੜੀ ਤੇਜ਼ੀ ਦੇ ਨਾਲ ਅਸੀਂ ਹੁਣ ਤੱਕ ਕੰਪਲੀਟਲੀ ਆਪਣੇ 30 ਜ਼ਿਲ੍ਹੇ ਕੰਪਲੀਟ ਕਰ ਚੁੱਕੇ ਹਾਂ OBC ਮੋਰਚੇ ਦੇ। ਮੈਂ ਆਪਣੀ ਸੀਟ ਬਾਰੇ ਤੇ ਕੁਝ ਲੰਮਾ ਚੌੜਾ ਤੁਹਾਨੂੰ ਨਹੀਂ ਕਹਿ ਸਕਾਂਗਾ, ਇਹ ਤੇ ਸਮਾਂ ਦੱਸੇਗਾ ਜੀ। ਸਮਾਂ ਸਭ ਤੋਂ ਵੱਧ ਬਲਵਾਨ ਚੀਜ਼ ਆ। ਬਟ ਮੈਂ ਇੱਕ ਚੀਜ਼ ਤੁਹਾਨੂੰ ਸਪਸ਼ਟ ਕਰਨੀ ਚਾਹਾਂਗਾ, ਆਉਣ ਵਾਲੀ ਭਾਰਤੀ ਜਨਤਾ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ, ਜਿਹਦੇ ਵਿੱਚ OBC ਸਮਾਜ ਦਾ ਇੱਕ ਬਹੁਤ ਵੱਡਾ ਰੋਲ ਅਦਾ ਹੋਏਗਾ। ਦੇਸ਼ ਦੇ ਵਿੱਚ 70 ਸਾਲ SC ਭਾਈਚਾਰੇ ਦੇ ਸਮਾਜ ਦੇ ਉੱਤੇ ਰਾਜਨੀਤੀ ਹੋਈ ਆ, ਜਦ ਕਿ OBC ਸਮਾਜ 52% ਪਾਪੂਲੇਸ਼ਨ ਪੰਜਾਬ ਦੇ ਵਿੱਚ OBC ਸਮਾਜ ਦੀ ਆ, ਜਿਹੜਾ ਕਿ ਅਣਗੌਲਿਆ ਰਿਹਾ। ਮੈਂ ਅੱਜ ਤੁਹਾਨੂੰ ਇਹ ਯਕੀਨ ਦਿਵਾਨਾ ਹਾਂ ਕਿ ਸਿਰਫ ਇੱਕ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਆ ਜਿਹਨੇ OBC ਸਮਾਜ ਦੀ ਬਾਂਹ ਫੜੀ। ਅੱਜ OBC ਕਮਿਸ਼ਨ ਨੂੰ ਕੌਨਸਟੀਟਿਊਸ਼ਨਲ ਅਧਿਕਾਰ ਦਿੱਤੇ ਨੇ।
ਉਹ ਮੋਦੀ ਸਾਹਿਬ ਦੀ ਦੇਣ ਆ। ਮੋਦੀ ਸਾਹਿਬ ਦੀ ਬਦੌਲਤ ਹੀ ਉਹਨੂੰ ਕਨਸਟੀਟਿਊਸ਼ਨਲ ਅਧਿਕਾਰ ਮਿਲੇ ਨੇ। ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਉਹਦੇ ਵਿੱਚ OBC ਸਮਾਜ ਦਾ ਬਹੁਤ ਵੱਡਾ ਰੋਲ ਹੋਏਗਾ ਔਰ OBC ਸਮਾਜ ਨਾਲ ਰਿਲੇਟਡ MLA ਵੀ ਵਾਧੂ ਹੋਣਗੇ, ਜਿਹੜੇ ਕਿ ਅੱਜ ਤੱਕ ਕਦੀ ਕਿਸੇ ਪਾਰਟੀ ਨੇ, ਹਰ ਪਾਰਟੀ ਨੇ ਇਹਨੂੰ ਅਣਗੌਲਿਆ ਕੀਤਾ ਜੀ। ਇਸ ਸਮਾਜ ਨੂੰ, ਇਸ ਸਮਾਜ ਦੀ ਬਾਂਹ ਫੜੀ ਆ ਤੇ ਭਾਰਤੀ ਜਨਤਾ ਪਾਰਟੀ ਨੇ ਫੜੀ ਆ, ਤੇ ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਨਾ ਵੀ ਇਸ ਸਰਕਾਰ 'ਚ OBC ਸਮਾਜ ਦਾ ਬਹੁਤ ਵੱਡਾ ਰੋਲ ਹੋਏਗਾ। ਮੰਜ਼ਲ ਜੀ, ਆਪਾਂ ਗੱਲ ਕੀਤੀ ਹੈ 2022 ਦੇ ਇਲੈਕਸ਼ਨ ਦੀ। ਮੈਨੂੰ ਵੀ ਲੱਗਦਾ ਹੈ ਕਿ ਅੱਗੇ ਹਾਲਾਤ ਬਦਲ ਸਕਦੇ ਨੇ, ਲੇਕਿਨ ਜੋ ਅੱਜ ਹਾਲਾਤ ਨੇ, ਕਿਸਾਨ ਸੜਕਾਂ ਤੇ ਨੇ ਔਰ ਹਰ ਪਾਰਟੀ ਸਿਆਸਤ ਕਰ ਰਹੀ ਹੈ, ਕੋਈ ਉਹਨਾਂ ਦਾ ਮਸਲਾ ਹੱਲ ਕਰਨ ਦੀ ਕੋਈ ਮੈਨੂੰ ਨਹੀਂ ਲੱਗਦਾ ਕੋਈ ਪ੍ਰਯਾਸ ਕਰ ਰਿਹਾ। ਕਿਸ ਤਰ੍ਹਾਂ ਆਪਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਸੜਕਾਂ ਤੋਂ ਕਿਸ ਤਰ੍ਹਾਂ ਉਠਾ ਸਕਦੇ ਹਾਂ? ਜਿੰਨਾ ਅੱਜ ਵਿਰੋਧ ਹੋ ਰਿਹਾ ਹੈ, ਤੁਸੀਂ ਦੇਖ ਸਕਦੇ ਹੋ, ਆਪ ਹੀ ਤੁਸੀਂ ਸਭ ਕੁਝ ਦੇਖ ਰਹੇ ਹੋ, ਮੈਂ ਵੀ ਦੇਖ ਰਿਹਾ। ਮਲੀਆ ਜੀ, ਬੇਨਤੀ ਇਸ ਤਰ੍ਹਾਂ ਆ, ਭਾਰਤ ਸਰਕਾਰ ਨੇ ਇੱਕ ਬਿੱਲ ਲਿਆਂਦਾ ਕਿਸਾਨੀ ਦੇ ਹੱਕ ਦੇ ਵਿੱਚ ਜੀ, ਠੀਕ ਹੈ ਜੀ। ਉਹ 100% ਕਿਸਾਨਾਂ ਦੇ ਹੱਕ ਦੇ ਵਿੱਚ ਆ। 70 ਸਾਲ ਤੋਂ ਸਾਡੇ ਕਿਸਾਨ ਇੱਕ ਸਿਸਟਮ ਦੇ ਵਿੱਚ ਚੱਲ ਰਹੇ ਨੇ, ਤੇ ਮੈਂ ਨਹੀਂ ਸਮਝਦਾ ਕਿ ਕਿਸਾਨੀ ਦਾ ਕੋਈ ਬਹੁਤ ਵੱਡੀ ਮਤਲਬ ਕਿ ਆਪਾਂ ਗਰੋਥ ਹੋਈ ਆ ਕਿਸੇ ਕਿਸਮ ਦੀ। ਹਾਂ, ਇੱਕ ਨਵੀਂ ਚੀਜ਼ ਸਰਕਾਰ ਲੈ ਕੇ ਆਈ ਆ। ਸਾਨੂੰ ਇਹ, ਮੇਰੀ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਆ ਕਿ ਆਪਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਆਪਾਂ ਟੇਬਲ ਟਾਕ ਕਰੀਏ। ਦੇਖੋ, ਐਜੀਟੇਸ਼ਨ ਕਿਸੇ ਮਸਲੇ ਦਾ ਹੱਲ ਨਹੀਂ। ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਤੇ ਜਦੋਂ ਭਾਖੜਾ ਡੈਮ ਬਣਿਆ ਸੀ ਤੇ ਬੜੇ 10 ਸਾਲ ਐਜੀਟੇਸ਼ਨ ਹੋਏ, ਬਹੁਤ ਕੁਝ ਹੋਇਆ, ਬਟ ਕੀ ਉਹਦਾ ਦੇਸ਼ ਨੂੰ ਨੁਕਸਾਨ ਹੋਇਆ? ਨਹੀਂ, ਉਹਦਾ ਫਾਇਦਾ ਹੋਇਆ। ਉਸ ਤੋਂ ਬਾਅਦ ਕਈ ਮੂਵਮੈਂਟਸ ਆਈਆਂ ਜਿਨ੍ਹਾਂ ਦੇ ਵਿੱਚ ਐਜੀਟੇਸ਼ਨ ਹੋਈ। ਜਦੋਂ ਰਾਜੀਵ ਗਾਂਧੀ ਜੀ ਕੰਪਿਊਟਰ ਦਾ ਯੁੱਗ ਲੈ ਕੇ ਆਏ, ਕੰਪਿਊਟਰ ਨੂੰ ਲੈ ਕੇ ਆਏ, ਸਾਬਕਾ ਮਰਹੂਮ ਪ੍ਰਾਈਮ ਮਿਨਿਸਟਰ ਰਹੇ ਨੇ ਸਾਡੇ, ਬਹੁਤ ਇਸ ਗੱਲ ਦੀ ਵਿਰੋਧਤਾ ਹੋਈ ਸੀਗੀ ਵੀ ਉਹ ਕੰਪਿਊਟਰ ਆ ਗਿਆ, ਬੇਰੁਜ਼ਗਾਰੀ ਹੋ ਜੂਗੀ, ਆਹ ਹੋ ਜੂਗਾ, ਉਹ ਹੋ ਜੂਗਾ। ਦੇਖੋ, ਅੱਜ ਉਸ ਰੋਜ਼ਗਾਰ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਨਾ ਇਸ ਟਾਈਮ ਕੰਪਿਊਟਰ ਦਾ ਵਾ। IT ਸੈਕਟਰ ਦੇ ਵਿੱਚ ਸਭ ਤੋਂ ਵੱਧ ਜੋਬਾਂ ਨਿਕਲੀਆਂ ਨੇ, ਠੀਕ ਹੈ। ਉਸੇ ਕੜੀ ਦੇ ਤਹਿਤ ਸਾਨੂੰ ਥੋੜਾ ਜਿਹਾ ਆਪਣਾ ਹਿਰਦਾ ਫੁਰਾਕ ਕਰਨ ਦੀ ਲੋੜ ਆ। ਦੇਖੋ, ਮੈਂ ਨਹੀਂ ਕਹਿੰਦਾ ਕਿ ਇਹ ਜੋ ਵੀ ਅਗਰ ਕੋਈ ਕਮੀ ਪੇਸ਼ੀ ਹੈ ਇਹਨੂੰ ਟੇਬਲ ਟਾਕ ਕਰੀਏ। ਐਜੀਟੇਸ਼ਨ ਕਿਸੇ ਮਸਲੇ ਦਾ ਹੱਲ ਨਹੀਂ। ਬਾਕੀ ਇਹਦੇ ਤੇ ਐਜੀਟੇਸ਼ਨ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਨੇ ਉਹ ਰਾਜਨੀਤੀ ਬਹੁਤ ਜ਼ਿਆਦਾ ਕਰ ਰਹੀਆਂ ਨੇ। ਜੇ ਆਪਾਂ ਕੈਪਟਨ ਸਾਹਿਬ ਦੀ ਗੱਲ ਕਰੀਏ, ਉਹ ਪਹਿਲਾਂ ਮਨਜ਼ੂਰੀਆਂ ਦੇ ਕੇ ਆਏ, ਸਾਡੇ ਮਨਪ੍ਰੀਤ ਬਾਦਲ ਜੀ ਗਏ, ਉਹ ਵੀ ਇਹਨੂੰ ਮਨਜ਼ੂਰੀ ਦੇ ਕੇ ਆਏ। ਸਾਰਿਆਂ ਦਾ ਹਾਂ ਪੱਕੀ ਹੁੰਗਾਰਾ ਸੀਗਾ, ਠੀਕ ਹੈ ਜੀ। ਪਤਾ ਨਹੀਂ ਕੀ ਘਟਨਾਕ੍ਰਮ ਵਾਪਰਿਆ ਕਿ ਇੱਕਦਮ ਹੀ ਇਹ ਮਾੜਾ ਹੋ ਗਿਆ ਕਾਨੂੰਨ। ਮੈਂ ਆਪਣੇ ਭਾਈਵਾਲ, ਸਾਬਕਾ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ, ਸਾਡੇ ਭੈਣ ਜੀ ਹਰਸਿਮਰਤ ਕੌਰ ਬਾਦਲ ਜੀ, ਇਹਨਾਂ ਬਿੱਲਾਂ ਦੇ ਵਿੱਚ ਪ੍ਰੋਪਰ ਸ਼ਮੂਲੀਅਤ ਸੀ ਉਹਨਾਂ ਦੀ। ਉਹੀ ਅਕਾਲੀ ਦਲ ਪਹਿਲਾਂ ਇਹਦੇ ਸੋਲੇ ਗਾਉਂਦਾ ਰਿਹਾ ਤੇ ਹੁਣ 5 ਮਿੰਟਾਂ ਦੇ ਵਿੱਚ ਹੀ ਇਹ ਬਿੱਲ ਮਾੜਾ ਹੋ ਗਿਆ। ਇਹ ਤੇ ਗੱਲ ਮੇਰੀ ਵੀ ਸਮਝ 'ਚ ਨਹੀਂ ਆਉਂਦੀ। ਦੇਖੋ, ਜੇ ਕੋਈ ਓਬਜੈਕਸ਼ਨ ਸੀ ਆਪਾਂ ਉੱਥੇ ਆਪਣਾ ਨੋਟ ਅਦਾ ਕਰਾਉਂਦੇ ਵੀ ਕੈਬਨਿਟ ਦੇ ਵਿੱਚ ਪਾਸ ਹੋ ਰਿਹਾ, ਵੀ ਮੇਰੀ ਸਹਿਮਤੀ ਨਹੀਂ ਆ। ਕੋਈ ਇਸ ਤਰ੍ਹਾਂ ਦਾ ਨੋਟ ਨਹੀਂ ਲੱਗਾ ਉਹਦੇ ਵਿੱਚ, ਕੋਈ ਇਹੋ ਜੀ ਗੱਲ ਨਹੀਂ ਕਿ ਆਪਾਂ ਅਸਤੀਫਾ ਦੇਤਾ। ਅਸਤੀਫੇ ਵਾਲੀ ਤਾਂ ਗੱਲ ਹੀ ਨਹੀਂ। ਇੱਕ ਗੱਲ ਤੇ ਤੁਸੀਂ ਮੰਨ ਕੇ ਚੱਲੋ, ਅਸਤੀਫਾ ਤੇ ਉਹਨਾਂ ਨੇ ਦਿੱਤਾ ਨਾ, ਕਿ ਕਿਹੜੇ ਸਿਆਸੀ ਬੰਦੇ ਨੇ ਆਪਣੀ ਕੁਰਸੀ ਛੱਡੀ ਆ? ਨਹੀਂ, ਮੈਂ ਦੇਖੋ, ਅਸਤੀਫਾ ਦੇਣਾ ਬੜਾ ਔਖਾ ਹੁੰਦਾ ਜੀ, ਮਾਫੀ ਦੇਣਾ। ਜਦੋਂ ਐਡੀ ਵੱਡੀ ਪੋਸਟ ਤੇ ਅਸੀਂ ਬੈਠੇ ਹੋਈਏ ਤੇ ਅਸਤੀਫਾ ਦੇਣਾ ਇੱਕ ਵੱਡੀ ਗੱਲ ਆ, ਬਟ ਅਸਤੀਫਾ ਕਿਉਂ ਦਿੱਤਾ ਮੈਨੂੰ ਇਹ ਨਹੀਂ ਸਮਝ ਆਈ। ਇਹ ਸਿਰਫ ਰਾਜਨੀਤੀ ਆ। ਆਪਾਂ ਆਪਣੀ ਜ਼ਮੀਨ ਤਿਆਰ ਕਰ ਰਹੇ ਆ। ਹੋ ਸਕਦਾ ਉਹ ਗੱਲ ਜਿਹੜੀ ਆ ਉਹ ਲੇਟ ਸਮਝ ਆਈ ਹੋਵੇ, ਕੋਈ ਐਡੀ ਵੱਡੀ ਗੱਲ ਨਹੀਂ। ਜਦੋਂ ਹਾਲਾਤ ਬਦਲਦੇ ਆ ਕੋਈ ਗੱਲਾਂ ਲੇਟ ਸਮਝ ਆਉਂਦੀਆਂ। ਮੈਂ ਇੱਕ ਬੇਨਤੀ ਕਰਾਂ, ਮੈਂ ਇੱਕ ਛੋਟਾ ਜਿਹਾ ਹਿੱਸਾ ਆ, ਉਹ ਇਸ ਰਾਜਨੀਤੀ ਦੇ ਬੜੇ ਵੱਡੇ ਹਿੱਸੇ ਨੇ, ਕੈਬਨਿਟ ਦੇ ਵਜ਼ੀਰ ਰਹੇ ਨੇ। ਮੈਂ ਇਹ ਨਹੀਂ ਕਹਿ ਸਕਦਾ ਕਿ ਕਿਸੇ ਚੀਜ਼ ਦੀ ਸਮਝ ਉਹਨਾਂ ਨੂੰ ਲੇਟ ਆਈ ਆ। ਇਹ ਪ੍ਰੋਪਰ ਰਾਜਨੀਤੀ ਹੋ ਰਹੀ ਆ, ਕੋਈ ਲੇਟ ਵਾਲੀ ਜਾਂ ਅਗਵਾਈ ਵਾਲੀ ਕੋਈ ਗੱਲ ਨਹੀਂ ਆ, ਅੱਗੇ ਵਾਲੀ ਪਿੱਛੇ ਵਾਲੀ ਕੋਈ ਗੱਲ ਨਹੀਂ ਆ। ਇਹ ਰਾਜਨੀਤੀ ਆ, ਟੋਟਲੀ ਰਾਜਨੀਤੀ ਆ। ਮੰਜ਼ਲ ਜੀ, ਜਿਹੜੇ ਰਾਜਨੇਤਾ ਹੁੰਦੇ ਨੇ ਉਹਨਾਂ ਦੇ ਰਾਜਨੀਤੀ ਕਰਨੀ ਆ, ਇਹਦੇ ਵਿੱਚ ਤੇ ਕੋਈ ਕੁਤਾਹੀ ਨਹੀਂ ਵੱਖਰੀ ਹੋਈ। ਇੱਕ ਗੱਲ ਹੋਰ ਤੁਸੀਂ ਮੰਨ ਕੇ ਚੱਲੋ, ਤੁਹਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ 2 ਵਾਰੀ ਘਟਨਾ ਘਟੀ, ਇੱਕ ਵਾਰੀ ਪਰਚਾ, ਦੂਸਰੀ ਵਾਰੀ ਹਮਲਾ। ਆਪਾਂ 22 ਦੇ ਇਲੈਕਸ਼ਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ? ਕਿਸ ਤਰ੍ਹਾਂ ਲੋਕਾਂ ਤੱਕ ਆਪਣੀ ਅਪਰੋਚ ਕਰਾਂਗੇ ਜੋ ਅੱਜ ਹਾਲਾਤ ਬਣੇ ਹੋਏ ਨੇ? ਸਰ, ਇਹ ਨਾ ਸਾਡੀਆਂ ਵਿਰੋਧੀ ਪਾਰਟੀਆਂ ਦੀ ਘਬਰਾਹਟ ਆ। ਦੇਖੋ, ਮਾਫੀ ਦੇਣਾ, ਵਿਰੋਧਤਾ ਹਮੇਸ਼ਾ ਉਸ ਇਨਸਾਨ ਦੀ ਹੁੰਦੀ ਹੈ ਜਿਹਦੀ ਚੜ੍ਹਾਈ ਹੋ ਰਹੀ ਹੁੰਦੀ ਹੈ। ਢਹਿੰਦੀ ਕਲਾ ਵਾਲੇ ਨੂੰ ਵੀ ਕੋਈ ਪੁੱਛਦਾ ਜੇ? ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਆ। ਜੇ ਅੱਜ ਕਾਂਗਰਸ ਹੋਛੇ ਹਥਿਆਰਾਂ ਤੇ ਉਤਰ ਆਈ ਆ ਨਾ, ਇਹਨਾਂ ਹਰਕਤਾਂ ਤੇ ਉਤਰ ਆਈ ਆ ਵੀ ਅਸੀਂ ਪਰਚਾ ਦੇ ਦਿਓ, ਉਸ ਤੋਂ ਬਾਅਦ 10-10 ਹਜ਼ਾਰ ਬੰਦੇ ਦੇ ਇਕੱਠ ਹੋਏ, ਕਿਸੇ ਦੇ ਇੱਕ ਬੰਦੇ ਤੇ ਪਰਚਾ ਨਹੀਂ ਹੋਇਆ। ਜੇ 6 ਬੰਦੇ ਇਕੱਠੇ ਹੋ ਕੇ ਤੇ ਪਰਚਾ ਦੇ ਦਿੱਤਾ, ਇਹ ਉਹਨਾਂ ਦੀ ਛੋਟੀ ਮਾਨਸਿਕਤਾ ਔਰ ਉਹਨਾਂ ਦੀ ਘਬਰਾਹਟ ਦੀ ਨਿਸ਼ਾਨੀ ਆ। ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੜੀ ਤੇਜ਼ੀ ਨਾਲ ਅੱਗੇ ਨੂੰ ਵਧ ਰਹੀ ਆ।
ਇਹ ਕੋਈ ਮੈਟਰ ਨਹੀਂ। ਮੰਜ਼ਲ ਜੀ, ਮੈਨੂੰ ਲੱਗਦਾ ਕਿ ਉਹ ਜਿਹੜਾ ਹਮਲਾ ਆਇਆ ਉਹ ਤੇ ਕਿਸਾਨਾਂ ਦੇ ਰੋਸ ਦੇ ਵਿੱਚ ਹੋਇਆ। ਨਹੀਂ, ਕਿਸਾਨ ਸੀ ਅੱਗੇ, ਕਾਂਗਰਸੀ ਮੈਨੂੰ ਕੋਈ ਨਜ਼ਰ ਨਹੀਂ ਆਇਆ ਉੱਥੇ। ਮੈਂ ਇੱਕ ਵਾਲੀਆ ਸਾਹਿਬ ਤੁਹਾਨੂੰ ਬੇਨਤੀ ਕਰਾਂ, ਕਿਸਾਨ ਸਾਡਾ ਭੋਲਾ ਭਾਲਾ ਔਰ ਉਹ ਸ਼ਾਂਤਮਈ ਐਜੀਟੇਸ਼ਨ ਕਰ ਰਹੇ ਨੇ। ਉਹਨਾਂ ਦਾ ਕੋਈ ਇਹ ਮਕਸਦ ਨਹੀਂ ਕਿ ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰਨਾ। ਪੰਜਾਬ ਦਾ ਮਾਹੌਲ ਖਰਾਬ ਹੋਏ ਦਾ ਕਿਸਾਨ ਨੂੰ ਕਦੀ ਵੀ ਕੋਈ ਫਾਇਦਾ ਨਹੀਂ ਹੋਣਾ। ਇਹ ਜਿਨ੍ਹਾਂ ਨੂੰ ਫਾਇਦਾ ਹੋਣਾ ਨਾ, ਇਹ ਉਹੀ ਲੋਕ ਕਰ ਰਹੇ ਨੇ। ਮਾਫੀ ਦੇਣਾ, ਕਿਸਾਨ ਸਾਡਾ ਉਹ ਅੰਗ ਨੇ ਜਿਨ੍ਹਾਂ ਤੋਂ ਬਿਨਾਂ ਅਸੀਂ ਅਧੂਰੇ ਹਾਂ। ਕਿਸਾਨ ਸਾਡੀ ਜੜ ਨੇ, ਸਾਡੀ ਮਤਲਬ ਅਸੀਂ ਉਹਨਾਂ ਤੋਂ ਬਿਨਾਂ ਕੁਝ ਵੀ ਨਹੀਂ। ਇਹੋ ਹੀ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਤੇ ਆਣਗੇ ਔਰ ਤਗੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਗੇ। ਇਹੀ ਕਿਸਾਨ ਜਦੋਂ ਮੰਜ਼ਲ ਜੀ ਜੋ ਹਾਲਾਤ ਬਣੇ ਨੇ, ਜੀ ਟ੍ਰੇਨਾਂ ਬੰਦ ਨੇ ਜੀ, ਪੰਜਾਬ ਦਾ ਕਾਰੋਬਾਰ ਜਿਹੜਾ ਆ ਸਮੁੰਦਰ ਦੀ ਤਹਿ ਵਿੱਚ ਚਲਾ ਗਿਆ। ਉਹ ਨਜ਼ਰ ਨਹੀਂ ਆਉਂਦਾ ਸਾਨੂੰ ਮਾਰਚ ਤੱਕ ਵੀ ਕਿ ਅੱਗੇ ਕੋਈ ਕਾਰੋਬਾਰ ਚੱਲੇ। ਜੇ ਟ੍ਰੇਨਾਂ ਨਹੀਂ ਚੱਲਦੀਆਂ, ਦੇਖੋ ਕਾਰੋਬਾਰ ਕਿੱਦਾਂ ਚੱਲੇਗਾ? ਆਪਾਂ ਕੀ ਸੁਨੇਹਾ ਦੇਣਾ ਚਾਹੁੰਦੇ ਆਪਣੀ ਪਾਰਟੀ ਨੂੰ? ਮੈਂ ਚਾਹੁੰਦਾ ਕਿ ਤੁਸੀਂ ਜੀ ਬੜਾ ਲੰਬਾ ਤਜਰਬਾ ਤੁਹਾਡਾ 10 ਸਾਲ ਅਕਾਲੀ ਦਲ ਦੇ ਵਿੱਚ ਆ, ਹੁਣ ਬੀਜੇਪੀ ਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਮਾਰੇ ਕਿਰਪਾ ਕਰੇ ਸੁਪਰਸਟਾਰ ਬਣੋ। ਲੇਕਿਨ ਸੁਨੇਹਾ ਕੋਈ ਜਿੰਨਾ ਪੰਜਾਬ ਦੇ ਹਾਲਾਤ ਤੇ ਠੀਕ ਹੋਣ, ਕਿਸਾਨ ਰੇਲਵੇ ਤੋਂ ਉੱਠਣ। ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨੀ ਚਾਹਾਂਗਾ ਕਿ ਮੇਰੇ ਵੀਰੋ, ਹੱਥ ਜੋੜ ਕੇ ਬੇਨਤੀ ਆ, ਆਪਾਂ ਟੇਬਲ ਤੇ ਆਈਏ। ਦੇਖੋ, ਐਜੀਟੇਸ਼ਨ ਕਿਸੇ ਮਸਲੇ ਦਾ ਹੱਲ ਨਹੀਂ। ਮੁਲਕਾਂ ਦੇ ਮਸਲੇ 20-20 ਸਾਲ ਲੜਾਈਆਂ ਚੱਲ ਜਾਂਦੀਆਂ, ਐਂਡ ਆਫ ਦੀ ਡੇ ਟੇਬਲ ਤੇ ਹੀ ਮਸਲੇ ਹੱਲ ਹੁੰਦੇ ਆ। ਆਪਾਂ ਟੇਬਲ ਤੇ ਆਈਏ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦੇਖੋ, ਜੋ ਵੀ ਤੁਹਾਡੇ ਪੁਆਇੰਟ ਨੇ, ਆਪਾਂ ਦੇਖੋ ਸਰਕਾਰ ਇਸ ਗੱਲ ਵਾਸਤੇ ਬਹੁਤ ਫਰਾਖਦਿਲੀ ਨਾਲ ਪੇਸ਼ ਆ ਰਹੀ ਆ। ਉਹਨਾਂ ਨੇ ਕਿਸੇ ਪੋਲੀਟੀਕਲ ਪਾਰਟੀਆਂ ਨੂੰ, ਉਹਨਾਂ ਨੇ ਕਿਸਾਨਾਂ ਨੂੰ ਸਿੱਧਾ ਸੰਬੋਧਨ ਕੀਤਾ ਮੋਦੀ ਸਾਹਿਬ ਨੇ ਕਿ ਮੇਰੇ ਨਾਲ ਡਾਇਰੈਕਟਲੀ ਜੋ ਵੀ ਤੁਹਾਡੀਆਂ ਜਾਇਜ਼ ਮੰਗਾਂ ਹੋਣਗੀਆਂ, ਜੋ ਵੀ ਤੁਸੀਂ ਚਾਹੁੰਦੇ ਹੋ, ਉਹ ਅਮੈਂਡ ਹੋ ਜਾਊਗਾ। ਕੋਈ ਦਿੱਕਤ ਵਾਲੀ ਗੱਲ ਨਹੀਂ। ਸਰਕਾਰ ਬਹੁਤ ਫਰਾਖਦਿਲੀ ਨਾਲ, ਮੋਦੀ ਸਾਹਿਬ ਸਾਡੇ ਕਣ ਦਾ ਧਿਆਨ ਰੱਖ ਕੇ ਚੱਲਣ ਵਾਲੇ ਸ਼ਖਸੀਅਤ ਨੇ। ਉਹ ਵਾਹਿਦ ਪ੍ਰਾਈਮ ਮਿਨਿਸਟਰ ਨੇ ਜਿਹੜੇ ਹਰ ਬੰਦੇ ਦੇ ਬਾਰੇ ਸੋਚ ਕੇ ਚੱਲਦੇ ਆ ਵੀ ਮੈਂ ਉਹਦਾ ਵੀ ਸੋਚਣਾ, ਮੈਂ ਉਹਦਾ ਵੀ ਸੋਚਣਾ। ਉਹ ਹਰ ਵਰਗ ਦਾ ਧਿਆਨ ਰੱਖ ਕੇ ਚੱਲਦੇ ਨੇ। ਤੇ ਮੇਰੀ ਬੇਨਤੀ ਆ ਕਿਸਾਨ ਭਰਾਵਾਂ ਨੂੰ ਕਿ ਆਪਾਂ ਥੋੜਾ ਜਿਹਾ ਫਰਾਖਦਿਲੀ ਦਾ ਸੰਦੇਸ਼ ਦਈਏ। ਆਪਾਂ ਮਿਲ ਕੇ ਮੋਦੀ ਸਾਹਿਬ ਨਾਲ ਮੀਟਿੰਗ ਕਰੀਏ ਖੁੱਲ ਕੇ। ਮੇਰੀਆਂ ਕਿਤੇ ਸੇਵਾਵਾਂ ਦੀ ਲੋੜ ਹੈ, ਮੈਂ ਵੀ ਹਾਜ਼ਰ ਹਾਂ। ਮੈਂ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਟੇਬਲ ਤੇ ਆਈਏ। ਜੇ ਕਿਸੇ ਗੱਲ ਦੀ ਆਪਾਂ ਨੂੰ ਨਹੀਂ ਸਮਝ ਆ ਰਹੀ, ਉਹ ਸਮਝਾਉਣ ਨੂੰ ਤਿਆਰ ਬੈਠੇ ਨੇ। ਜਾਂ ਤੁਸੀਂ ਸਮਝਾ ਦਿਓ ਜਾਂ ਤੁਸੀਂ ਸਮਝ ਲਓ। ਦੇਖੋ, ਤਰਕ ਵਿਤਰਕ ਤੇ ਗੱਲ ਮੁੱਕੇਗੀ ਨਾ। ਮੈਂ ਕਹੀ ਜਾਵਾਂ ਮੈਂ ਸਹੀ ਹਾਂ, ਤੁਸੀਂ ਕਹੀ ਜੋ ਮੈਂ ਸਹੀ ਹਾਂ, ਮੈਂ ਦੇ ਵਿੱਚ ਤੇ ਗੱਲ ਮੁੱਕਣੀ ਨਹੀਂ। ਇਹ ਗੱਲ ਮੁੱਕਣੀ ਟੇਬਲ ਤੇ। ਆਪਾਂ ਬਹਿ ਕੇ ਆਪਾਂ ਤਰਕ ਦੇ ਵੀ ਇਹ ਚੀਜ਼ਾਂ ਦੀਆਂ ਸਾਨੂੰ ਮੁਸ਼ਕਲਾਂ ਆ ਸਕਦੀਆਂ, ਉਹ ਤੁਹਾਨੂੰ ਇਨਸ਼ੋਰ ਕਰਨਗੇ ਵੀ ਨਹੀਂ, ਤੁਹਾਨੂੰ ਨਹੀਂ ਆਣਗੀਆਂ। ਜੇ ਤੁਹਾਨੂੰ ਕੋਈ ਮੁਸ਼ਕਲ ਲੱਗਦਾ ਵੀ ਇਹਦੇ 'ਚ ਆਣੀ ਆ, ਉਹਦਾ ਹੱਲ ਹੋ ਜਾਊਗਾ। ਮੰਜ਼ਲ ਜੀ, ਗੱਲ ਇਸ ਤਰ੍ਹਾਂ ਆ, ਤੁਹਾਡੀ ਗੱਲ ਬਿਲਕੁਲ ਠੀਕ ਆ, ਟੇਬਲ ਤੇ ਬਹਿਣਾ ਪਏਗਾ। ਲੇਕਿਨ ਅਸੀਂ ਪੰਜਾਬ ਵੱਲ ਦੇਖੀਏ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਸੀਐਮ ਜਿਹੜੇ ਨੇ ਸੁਪਰਸਟਾਰ ਨੇ, ਕਿਉਂਕਿ ਸਾਰੇ ਪਾਸੇ ਜੋ ਹਾਲਾਤ ਤੁਸੀਂ ਦੇਖੇ ਜਿੱਤੇ, ਲੇਕਿਨ ਪੰਜਾਬ 'ਚ ਅਸੀਂ ਆਪਣੀ ਜਗ੍ਹਾ ਨਹੀਂ ਬਣਾ ਪਾਏ। 2022 ਦੇ ਇਲੈਕਸ਼ਨ ਸਿਰ ਤੇ ਆ। ਕਿਹੜਾ ਐਸਾ ਆਪਾਂ ਚਮਤਕਾਰ ਕਰਨਾ ਹੈ ਜਿੰਨਾ 2022 'ਚ ਬੀਜੇਪੀ ਫੁੱਲ ਫਿਲ ਪੰਜਾਬ 'ਚ ਆ ਜਾਏ? ਕਿਉਂਕਿ ਕੈਪਟਨ ਵੀ ਇਸ ਵੇਲੇ ਤੁਹਾਨੂੰ ਪਤਾ ਛਾਇਆ ਹੋਇਆ, ਬੱਦਲਾਂ ਵਾਂਗੂ ਛਾਇਆ। ਦੇਖੋ ਜੀ, ਜਿਹੜੇ ਬੱਦਲ ਛਾਂਦੇ ਨੇ ਉਹ ਬੱਦਲ ਛੱਡਦੇ ਵੀ ਨੇ। ਚਲੋ, ਮੈਂ ਇਹਦੇ ਬਾਰੇ, ਸਾਡੇ ਸਤਿਕਾਰਯੋਗ ਨੇ ਕੈਪਟਨ ਅਮਰਿੰਦਰ ਸਿੰਘ ਜੀ, ਪਰ ਮੈਨੂੰ ਤੁਹਾਡੀ ਇਹ ਗੱਲ ਨਾਲ ਮੈਂ ਸਹਿਮਤ ਨਹੀਂ ਵੀ ਉਹ ਕਿਹੜੇ ਰੂਪ 'ਚ ਛਾਏ ਹੋਏ ਨੇ ਜਾਂ ਕਿਸ ਤਰ੍ਹਾਂ ਦੇ ਉਹ ਛਾਏ ਹੋਏ ਨੇ। ਉਹਨਾਂ ਦਾ ਚੋਣ ਮਨੋਰਥ ਪੱਤਰ ਪੜ੍ਹ ਲਓ। ਜੇ ਕੋਈ ਇੱਕ ਵੀ ਕਮਿਟਮੈਂਟ ਉਹਨਾਂ ਦੀ ਪੂਰੀ ਹੋਈ ਆ ਤੇ ਫਿਰ ਮੈਂ ਮਤਲਬ ਜਾਂ ਤੇ ਮੇਰੀ ਜਾਣਕਾਰੀ ਘੱਟ ਆ ਜਾਂ ਮੈਨੂੰ ਸਮਝ ਨਹੀਂ, ਜਾਂ ਮੈਂ ਸਮਾਜ 'ਚ ਨਹੀਂ ਰਹਿੰਦਾ। ਕੋਈ ਮੋਬਾਈਲ ਫੋਨ ਕਿਸੇ ਨੂੰ ਨਹੀਂ ਮਿਲੇ, ਕਿਸੇ ਦੇ ਕਰਜ਼ੇ ਨਹੀਂ ਮਾਫ ਹੋਏ, ਆੜਤੀਆਂ ਤੱਕ ਦੇ ਕਰਜ਼ੇ ਮਾਫ ਕਰ ਦੂੰ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆ 125 ਬੰਦਾ ਲੇਟੈਸਟ ਲਈ ਹੁਣੇ ਅੰਮ੍ਰਿਤਸਰ 'ਚ ਹੀ ਮਰਿਆ ਜੀ। ਜੀ ਮਾਫੀ ਦੇਣਾ। ਇਹ ਕਿਹੜੀ ਚੀਜ਼ 'ਚੋਂ ਛਾਏ ਹੋਏ ਨੇ? ਮੰਜ਼ਲ ਜੀ, ਵੀ ਨਸ਼ਾ ਵਿਧਾਨ 'ਚ ਛਾਏ ਹੋਏ ਨੇ। ਮੰਜ਼ਲ ਜੀ, ਜਿਹੜੇ ਹਾਦਸੇ ਹੁੰਦੇ ਨੇ ਉਹ ਤੇ ਪਾਰਟਿਕੂਲਰ ਇਨਸਾਨ ਤੇ ਪਰਚੇ ਦਰਜ ਹੋਣੇ ਨਾ। ਮੁੱਖ ਮੰਤਰੀ ਨੇ ਤਾਂ ਕਰਾਇਆ ਕੁਛ ਨਹੀਂ, ਉਹ ਤਾਂ ਜਿਹੜੇ ਬੰਦੇ ਨੇ ਕੀਤਾ। ਜੇ ਕੋਈ ਮੰਤਰੀ ਆਇਆ, ਕੋਈ ਐਮਐਲਏ ਆਇਆ, ਤੇ ਉਹਨਾਂ ਨੇ ਸਾਫ਼ ਕਿਹਾ ਕਿ ਪਰਚੇ ਦਰਜ ਹੋਣਗੇ। ਦੇਖੋ, ਮੈਂ ਇੱਕ ਬੇਨਤੀ ਕਰਾਂ, ਅੱਜ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਆ ਤੇ ਜਵਾਬਦੇਹੀ ਵੀ ਉਹਨਾਂ ਦੀ ਹੋਈ ਹੈ। ਜੀ ਮੈਂ ਇਸ ਗੱਲ ਨੂੰ ਕਹਿ ਕੇ ਵੀ ਮੈਂ ਕਹਿ ਦਿੱਤਾ ਵੀ ਪਰਚੇ ਹੋ ਜਾਣਗੇ, ਇਹ ਗੱਲ ਨਾਲ ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ। ਦੇਖੋ, ਜਿੰਨੇ ਰੂਲ ਕੀਤਾ ਦੋਸ਼ ਤੇ ਉਹਨੂੰ ਹੀ ਝੱਲਣੇ ਪੈਣਗੇ ਨਾ ਜੀ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੇ 125 ਬੰਦਾ ਨਸ਼ੀਲੀ ਸ਼ਰਾਬ ਪੀ ਕੇ, ਗਰੀਬ ਬੰਦਾ ਜਿਨ੍ਹਾਂ ਵਿਚਾਰਿਆਂ ਦਾ ਕੋਈ ਓਟ ਨਹੀਂ, ਕੋਈ ਆਸਰਾ ਨਹੀਂ, ਮਾਫੀ ਦੇਣਾ, ਉਹ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਜਿਨ੍ਹਾਂ ਦੇ ਘਰ ਦੇ ਅੱਜ ਦੀਵੇ ਬੁਝ ਗਏ ਨੇ। ਕੌਣ ਵਾਲੀ ਵਾਰਸ ਹੈ ਜੀ ਉਹਨਾਂ ਦਾ? ਇਹ ਜ਼ਿੰਮੇਵਾਰੀ ਤਾਂ ਕੈਪਟਨ ਸਰਕਾਰ ਦੀ ਹੈ ਨਾ ਜੀ। ਬਿਲਕੁਲ ਠੀਕ ਹੈ ਜੀ। ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜੇ, ਮੈਂ ਤੇ ਫੜਿਆ ਨਹੀਂ ਸੀ।
ਉਹਨਾਂ ਨੇ ਹੱਥ 'ਚ ਗੁਟਕਾ ਸਾਹਿਬ ਫੜਿਆ ਸੀ ਵੀ ਮੈਂ ਕਸਮ ਖਾਨਾ ਹਾਂ ਕਿ ਮੈਂ 15 ਦਿਨਾਂ ਦੇ ਵਿੱਚ ਆ ਕਰ ਦੂੰ। ਕੀ ਲੋੜ ਸੀਗੀ ਇਹੋ ਜਿਹੇ ਡਰਾਮੇ ਕਰਨ ਦੀ? ਕਿਸਾਨਾਂ ਦੇ ਮਸਲੇ ਤੇ ਮੈਨੇਜਮੈਂਟ ਕੀਤੀ ਉਹਨੇ ਥੋੜੀ। ਦੇਖੋ ਉਹ ਇੱਕ ਮਤਲਬ ਕਿ ਮੈਂ ਕੀ ਤੁਹਾਨੂੰ ਕਵਾਂ, ਇੱਕ ਦੇਖੋ ਇੱਕ ਰਾਹਤ ਤੇ ਮਿਲੀ ਹੈ। ਚਲੋ ਜੀ ਸਟੰਟ ਹੈ ਉਹਨਾਂ ਦਾ, ਬੇਸਿਕਲੀ ਜਿਨ੍ਹਾਂ ਨੇ ਲਵਾਏ ਨੇ ਉਹਨਾਂ ਨੇ ਲਵਾਏ ਨੇ, ਮਾਫੀ ਦੇਣਾ। ਇਹ ਐਜੀਟੇਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਵੱਡਾ ਰੋਲ ਆ, ਕਰਵਾਉਣ ਦੇ ਵਿੱਚ, ਇਹ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਬੜਾ ਵੱਡਾ ਰੋਲ ਆ। ਉਹੀ ਇਹ ਸਭ ਕੁਝ ਕਰਵਾ ਰਹੇ ਨੇ। ਹਾਲਾਤ ਤੇ ਕੋਈ ਖਰਾਬ ਨਹੀਂ ਹੋਏ, ਉਹ ਤੇ ਕਿਸਾਨ ਨਹੀਂ ਆਪਣੀ ਐਜੀਟੇਸ਼ਨ ਕਰਨ ਦੇ ਹਾਲਾਤ ਵਾਲੀ ਸਾਹਿਬ। ਦੇਖੋ ਹੁਣ ਤੁਸੀਂ ਫੇਰ ਕਹਿਣਾ ਵੀ ਉਹ ਕਿਸਾਨ ਸੀਗੇ। ਕੱਲ ਐਸੀ ਉਹ ਜਿਹੜੀ ਬੱਚੀ ਦੀ ਮੌਤ ਹੋਈ ਆ ਟਾਂਡੇ ਦੇ ਵਿੱਚ, 6 ਸਾਲ ਦੀ ਬੱਚੀ ਨਾਲ ਰੇਪ ਕਰਕੇ ਉਹਨੂੰ ਜਲਾ ਕੇ ਸਾੜ ਦਿੱਤਾ ਗਿਆ। ਜੇ ਐਸੀ ਸਮਾਜ ਆਪਣਾ ਐਜੀਟੇਸ਼ਨ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਐਸੀ ਸਮਾਜ ਐਜੀਟੇਸ਼ਨ ਲੈ ਕੇ ਜਾ ਰਿਹਾ, ਜੇ ਸਾਰਿਆਂ ਨੂੰ ਐਜੀਟੇਸ਼ਨ ਕਰਨ ਦੇ ਹੱਕ ਦੇ ਤੇ ਕੀ ਭਾਰਤੀ ਜਨਤਾ ਪਾਰਟੀ ਦੇ ਜੇ ਐਸੀ ਸਮਾਜ ਨੂੰ ਕਿਉਂ ਨਹੀਂ ਹੱਕ ਹੈਗਾ ਜੀ? ਕੱਲ ਨਵੇਂ ਸ਼ਹਿਰ ਦੇ ਵਿੱਚ ਜਿਹੜੀ ਘਟਨਾ ਵਾਪਰੀ, ਭੀਮ ਰਾਓ ਅੰਬੇਦਕਰ ਜੀ ਨੂੰ ਹਾਰ ਪਾਉਣ ਤੋਂ ਇਹਨਾਂ ਨੇ ਰੋਕ ਦਿੱਤਾ ਤੇ ਉੱਥੇ ਪੂਰਾ ਗਹਿ ਗੱਚ ਹੋਇਆ। ਹੁਣ ਫੇਰ ਉਹ ਕਿਸਾਨਾਂ ਤੇ ਪਾ ਦਿੱਤਾ ਜਾਊਗਾ, ਜਦ ਕਿ ਉਹ ਸਾਰਾ ਕੁਝ ਕਾਂਗਰਸ ਦੀ ਸ਼ਹਿ ਤੇ ਹੋ ਰਿਹਾ। ਪਰ ਮੰਜ਼ਲ ਜੀ ਦੇਖੋ ਸਬੂਤ ਤਾਂ ਨਹੀਂ ਮਿਲਦਾ। ਦੇਖੋ ਉਹ ਵੀ ਕਹਿਣਗੇ ਕਿ ਵਿਰੋਧੀ ਧੜਾ ਆ, ਬੀਜੇਪੀ ਦਾ ਕੰਮ ਹੈ ਜੀ ਆਪੋਜੀਸ਼ਨ ਦੀ ਗੱਲ ਕਰਨਾ। ਨਹੀਂ, ਜੇ ਸਬੂਤ ਨਹੀਂ ਮਿਲਦਾ ਆਪਾਂ ਕਿੱਦਾਂ ਗੱਲ ਕਰ ਸਕਦੇ ਆ? ਦੇਖੋ ਜਿੱਦਾਂ ਤੁਸੀਂ ਕਿਹਾ ਜੀ ਆਪੋਜੀਸ਼ਨ ਤੇ ਵਾਲੇ ਸਾਹਿਬ, ਦੇਖੋ ਜਿਨ੍ਹਾਂ ਲਾ ਐਂਡ ਆਰਡਰ ਮੇਨਟੇਨ ਕਰਨ ਦੀ ਜਿਹਦੀ ਰਿਸਪੌਂਸਿਬਿਲਟੀ ਆ, ਦੋਸ਼ ਉਹਦੇ ਤੇ ਹੀ ਲੱਗਣਾ। ਮੈਂ ਮੁੱਖ ਮੰਤਰੀ ਨਹੀਂ ਪੰਜਾਬ ਦਾ, ਮੈਂ ਇਸ ਟਾਈਮ ਕਿਸੇ ਵਜ਼ੀਰੀ 'ਚ ਨਹੀਂ, ਮੈਂ ਕਿਸੇ ਅਹੁਦੇ ਤੇ ਨਹੀਂ। ਇਹ ਦੋਸ਼ ਤੁਸੀਂ ਮੇਰੇ ਤੇ ਨਹੀਂ ਲਗਾ ਸਕਦੇ। ਇਹ ਜਿਹਨੇ ਰੂਲ ਕਰਨਾ ਨਾ, ਇਹ ਦੋਸ਼ ਉਹਨੂੰ ਹੀ ਚੱਲਣੇ ਪੈਣਗੇ। ਇਹ ਕੈਪਟਨ ਸਾਹਿਬ ਤੇ ਹੀ ਨੇ। ਕਿ ਉਹ ਬੱਚੀ ਨੂੰ ਇਨਸਾਫ ਮਿਲ ਗਿਆ? ਹਾਥਰਸ ਵਾਲੇ ਕਾਂਡ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਭੱਜੇ ਗਏ, ਪ੍ਰਿਯੰਕਾ ਗਾਂਧੀ ਜੀ ਵੀ ਨੰਗੇ ਪੈਰੀ ਭੱਜੇ ਗਏ। ਕਿ ਉਹ 6 ਸਾਲ ਦੀ ਬੱਚੀ ਦੇ ਨਾਲ ਤੇ ਐ ਨਹੀਂ ਹੋਇਆ? ਹੁਣ ਕਿਉਂ ਇਹ ਸੁੱਤੇ ਨੇ ਜੀ? ਜਾਗਣ ਦੀ ਲੋੜ ਆ। ਦੇਖੋ ਜੇ ਯੂਪੀ 'ਚ ਹੋ ਗਿਆ ਤੇ ਉਹ ਗੁਨਾਹ, ਜੇ ਪੰਜਾਬ 'ਚ ਹੋਗਾ ਇਹ ਤੇ ਹੁੰਦੇ ਰਹਿੰਦੇ ਆ। ਇਹ ਕੋਈ ਤਰਕ ਨਹੀਂ ਹੈਗੀ। ਮੇਰੀ ਬੇਨਤੀ ਆ, ਆਪਾਂ ਘੱਟੋ ਘੱਟ ਇਹੋ ਜਿਹੇ ਮੁੱਦਿਆਂ 'ਤੇ ਸਿਆਸਤ ਨਾ ਕਰਿਆ ਕਰੀਏ। ਜਦੋਂ ਕੋਈ ਪਾਰਟੀਆਂ ਐਸੇ ਇੱਕ ਬੱਚੇ ਦਾ ਜੀਵਨ ਚਲਾ ਗਿਆ ਯਾਰ, ਇੱਕ ਦੇਖੋ ਬੜੀ ਨਿੰਦਨੀय ਔਰ ਬੜੀ ਘਟੀਆ ਹਰਕਤ ਆ, ਤੇ ਉਹਦੇ ਤੇ ਵੀ ਰਾਜਨੀਤੀ, ਰਾਹੁਲ ਗਾਂਧੀ ਵਰਗੀਆਂ ਸ਼ਖਸੀਅਤਾਂ ਰਾਜਨੀਤੀ ਕਰਨ, ਤੇ ਮੈਂ ਨਹੀਂ ਸਮਝਦਾ ਕਿ ਕੋਈ ਸਿਆਣਪ ਵਾਲੀ ਗੱਲ ਆ। ਮੰਜ਼ਲ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਐਸੇ ਮੁੱਦਿਆਂ ਤੇ ਨਹੀਂ ਰਾਜਨੀਤੀ ਹੋਣੀ ਚਾਹੀਦੀ। ਅਸੀਂ ਵੀ ਅੰਮ੍ਰਿਤਸਰ ਪੇਜ ਤੋਂ ਸਮੇਂ-ਸਮੇਂ ਤੇ ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਹਾਂ। ਕੋਈ ਵੀ ਗੱਲ ਹੁੰਦੀ ਹੈ ਤੇ ਅਸੀਂ ਦੱਸਦੇ ਹਾਂ ਕਿ ਨਹੀਂ ਇਹ ਗਲਤ ਹੈ, ਇਹ ਠੀਕ ਹੈ, ਕਿਉਂਕਿ ਆਪਾਂ ਸੱਚ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਹੀ ਕੁਝ ਕਰ ਪਾਵਾਂਗੇ। ਜੇ ਮੈਂ ਗੱਲ ਕਰਾਂ ਸਰਦਾਰ ਨਵਜੋਤ ਸਿੰਘ ਸਿੱਧੂ ਦੀ, ਚਰਚੇ ਬੜੇ ਨੇ ਕਿ ਬੀਜੇਪੀ 'ਚ ਮੁੜ ਆਉਣ ਦੀ ਸੰਭਾਵਨਾ ਬਣਦੀ ਪਈ। ਕਿਉਂਕਿ ਉਹਨਾਂ ਨੇ ਜਦੋਂ ਪਾਰਟੀ ਛੱਡੀ ਸੀ, ਇੱਕੋ ਗੱਲ ਕਹੀ ਸੀ, ਬੀਜੇਪੀ ਪਾਰਟੀ ਲੀਡਿੰਗ ਪਾਰਟੀ ਹੈ, ਬਹੁਤ ਵੱਡੀ ਪਾਰਟੀ ਹੈ, ਅਕਾਲੀ ਦਲ ਨੂੰ ਛੱਡ ਦਿਓ, ਮੈਂ ਨਹੀਂ ਛੱਡਾਂਗਾ ਪਾਰਟੀ। ਅੱਜ ਉਹ ਹਾਲਾਤ ਬਣੇ ਨੇ ਤੇ ਅਕਾਲੀ ਦਲ ਗੁੜ ਨਾਲੋਂ ਮਿੱਠਾ ਰਿਸ਼ਤਾ ਜਿਹੜਾ ਟੁੱਟਿਆ, ਲੱਗਦਾ ਹੈ ਕਿ ਸਿੱਧੂ ਦੀ ਮੁੜ ਵਾਪਸੀ ਹੋ ਸਕਦੀ ਹੈ ਪਾਰਟੀ 'ਚ। ਦੇਖੋ ਮੈਂ ਪਾਰਟੀ ਪੱਧਰ ਤੇ ਇਹਦੇ ਤੇ ਤੁਹਾਨੂੰ ਕੋਈ ਗੱਲ ਨਹੀਂ ਕਹਿ ਸਕਾਂਗਾ, ਪਰ ਮੈਂ ਨਿੱਜੀ ਮੈਂ ਆਪਣਾ ਨਿੱਜੀ ਜਿਹੜਾ ਮੇਰਾ ਦਿਲ ਦੀ ਜਿਹੜੀ ਖੁਆਹਿਸ਼ ਆ ਉਹ ਤੁਹਾਡੇ ਅੱਗੇ ਜ਼ਾਹਿਰ ਕਰਾਂਗਾ। ਮੈਂ ਦਿਲੋਂ ਖੁਸ਼ਾਮਦੀਦ ਕਵਾਂਗਾ ਅਗਰ ਨਵਜੋਤ ਸਿੰਘ ਸਿੱਧੂ ਜੀ ਭਾਰਤੀ ਜਨਤਾ ਪਾਰਟੀ ਜਾਂਦੇ ਨੇ। ਔਰ ਮੈਂ ਤੁਹਾਨੂੰ ਇਸ ਗੱਲ ਦੀ ਛੋਟ ਹੀ ਦੇ ਦੇਣਾ ਕਿ ਬੀਜੇਪੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਖੁਸ਼ੀ ਆ ਉਹ ਮੈਨੂੰ ਹੋਏਗੀ ਅਗਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਆਉਂਦੇ ਨੇ। ਮੈਂ ਨਿੱਜੀ ਤੌਰ ਤੇ ਉਹਨਾਂ ਦਾ ਫੈਨ ਆ, ਮੇਰੇ ਉਹਨਾਂ ਨਾਲ ਬੜੇ ਕਲੋਜ਼ ਰਿਲੇਸ਼ਨ ਵੀ ਰਹੇ ਨੇ ਇੱਕ ਸਮੇਂ ਦੇ ਉੱਤੇ। ਚਲੋ ਜਦੋਂ ਕਾਂਗਰਸ 'ਚ ਚਲੇ ਗਏ, ਮੇਰਾ ਕੁਝ ਨਿੱਜੀ ਤੌਰ ਤੇ ਮੈਂ ਕਾਂਗਰਸ ਤੋਂ ਅਲਰਜੀ ਕਰਦਾ ਜੀ। ਚਲੋ ਵਧੀਆ ਗੱਲ ਹੈ। ਹਾਂ, ਅੱਜ ਨਵਜੋਤ ਸਿੰਘ ਸਿੱਧੂ ਜੀ ਭਾਰਤੀ ਜਨਤਾ ਪਾਰਟੀ ਜਾਣ, ਮੈਂ ਸਭ ਤੋਂ ਵੱਧ ਖੁਸ਼ਾਮਦੀਦ ਔਰ ਸਭ ਤੋਂ ਵੱਧ ਖੁਸ਼ੀ ਮੈਨੂੰ ਹੋਏਗੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਜਾਣ। ਇੱਕ ਪਾਕ ਸਾਫ਼ ਔਰ ਇਮਾਨਦਾਰ ਸ਼ਖਸੀਅਤ ਨੇ ਉਹ, ਮੈਂ ਉਹਨਾਂ ਦਾ ਫੈਨ ਹਾਂ। ਬਹੁਤ ਵਧੀਆ ਗੱਲ ਕੀਤੀ ਮੰਜ਼ਲ ਜੀ। ਮੇਰਾ ਆਖਰੀ ਸਵਾਲ ਹੈ ਜੀ 2022 ਦੇ ਇਲੈਕਸ਼ਨ ਸਿਰ ਤੇ ਨੇ ਜੀ, ਮੁੱਦਾ ਕੋਈ ਨਜ਼ਰ ਆਉਂਦਾ ਤੁਹਾਨੂੰ? ਕਿਉਂਕਿ ਮੁੱਦਿਆਂ ਦੇ ਸਿਰ ਤੇ ਲੜਾਈ ਲੜੀ ਜਾਂਦੀ ਹੈ। ਦੇਖੋ ਮੁੱਦਾ ਪੰਜਾਬ ਦੇ ਬੜੇ ਹੀ ਮੁੱਦੇ ਨੇ ਜਿਨ੍ਹਾਂ ਨੂੰ ਆਪਾਂ ਡਿਸਕਸ ਕਰਨ ਚੱਲਾਂਗੇ ਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ, ਠੀਕ ਹੈ ਜੀ। ਪਰ ਫਿਰ ਵੀ ਜਿਹੜੇ ਚੋਣਵੇਂ ਮੁੱਦੇ ਨੇ, ਬੇਰੁਜ਼ਗਾਰੀ ਦਾ, ਇਹ ਤੁਸੀਂ ਕਹਿਣਾ ਵੀ ਇਹ ਕਾਮਨ ਮੁੱਦੇ ਨੇ, ਹਰ ਪਾਰਟੀ ਦੇ ਮੁੱਦੇ ਨੇ, ਪਰ ਇਹ ਅੱਜ ਵੀ ਕਾਇਮ ਨੇ। ਮੁੱਦਾ ਕਾਮਨ ਨਹੀਂ ਹੈ। ਹਾਂ, ਮੈਂ ਇਹ ਅੱਜ ਵੀ ਉਹ ਮੁੱਦਾ ਕਾਇਮ ਆ। ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਇਹ ਹੋਏਗੀ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ ਜਾਵੇ, ਗਰੀਬਾਂ ਨੂੰ ਇਨਸਾਫ ਦਿਵਾਇਆ ਜਾਵੇ। OBC ਸਮਾਜ ਜਿਹੜਾ ਕਿ ਹਰ ਵੇਲੇ ਪਛਾੜਿਆ ਗਿਆ, 27% ਦੀ ਰਿਜ਼ਰਵੇਸ਼ਨ ਸੈਂਟਰ ਵੱਲੋਂ ਲਾਗੂ ਆ, ਉਹਨੂੰ ਲਾਗੂ ਕਰਵਾਉਣ ਦੇ ਵਿੱਚ ਪੂਰੀ ਵਾਹ ਲਾ ਦੇਾਂਗੇ ਔਰ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਹਿੱਸਾ ਹੋਊਗਾ। ਅੱਜ ਤੇ ਤੁਸੀਂ ਕਹੋਗੇ ਲੇਕਿਨ ਸਰਕਾਰਾਂ ਬੰਦੀਆਂ ਨੇ,
ਵਾਅਦੇ ਟੁੱਟਦੇ ਨੇ? ਕਿਉਂਕਿ ਮੈਂ ਸੁਣਦਾ ਆਇਆ ਸਿਆਸੀ ਪਾਰਟੀਆਂ ਵਾਅਦੇ ਕਰਦੀਆਂ ਨੇ ਤੇ ਉਹ ਤੋੜਨ ਲਈ ਕਰਦੀਆਂ ਨੇ। ਵਾਲੀਆ ਜੀ, ਮੈਂ ਇੱਕ ਬੇਨਤੀ ਕਰਾਂ, ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਇਲੈਕਸ਼ਨ ਲੜੇਗੀ। 117 ਸੀਟਾਂ ਦੇ ਵਿੱਚ OBC ਸਮਾਜ ਦੇ ਕਿੰਨੇ ਬੰਦਿਆਂ ਨੂੰ ਟਿਕਟ ਮਿਲੇਗੀ, ਤੁਹਾਨੂੰ ਇਹਦੇ ਤੋਂ ਚਾਨਣ ਹੋ ਜਾਊਗਾ ਕਿ ਭਾਰਤੀ ਜਨਤਾ ਪਾਰਟੀ ਇਸ ਮਤਲਬ ਕਿ ਪਾਸ ਕਰਾਉਣ ਵਾਸਤੇ ਕਿੰਨੀ ਕੁ ਸੰਜੀਦਾ ਆ। ਮੰਜ਼ਲ ਜੀ, ਮੈਨੂੰ ਬਹੁਤ ਚੰਗਾ ਲੱਗਾ ਅੰਮ੍ਰਿਤਸਰ ਪੇਜ ਤੇ ਤੁਸੀਂ ਆਪਣੇ ਦਿਲ ਦੀਆਂ ਭਾਵਨਾਵਾਂ ਦੇ ਨਾਲ ਜਿਹੜੀ ਗੱਲ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਤੁਹਾਡੇ ਹਲਕੇ ਦੇ ਲੋਕ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ। ਤੁਹਾਡੀਆਂ ਗੱਲਾਂ ਸੁਣ ਕੇ ਜਦੋਂ ਅੰਮ੍ਰਿਤਸਰ ਪੇਜ ਤੇ ਉਹ ਸੁਣਨਗੇ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਹੋਰ ਜੁੜਨਗੇ ਅੰਮ੍ਰਿਤਸਰ ਪੇਜ ਦੇ ਮਾਧਿਅਮ ਤੋਂ। ਤੁਹਾਡਾ ਬਹੁਤ ਬਹੁਤ ਧੰਨਵਾਦ ਮੰਜ਼ਲ ਜੀ। ਬਹੁਤ ਬਹੁਤ ਧੰਨਵਾਦ ਵਾਲੀਆ ਸਾਹਿਬ। ਔਰ ਮੈਂ ਅੰਮ੍ਰਿਤਸਰ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਨਿਮਾਣੇ ਨੂੰ ਮਾਣ ਬਖਸ਼ਿਆ। ਤੇ ਵਾਲੀਆ ਸਾਹਿਬ, ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਜਿਹੜੀ OBC ਸਮਾਜ ਵਾਲੀ ਗੱਲ ਹੋਈ ਹੈ ਨਾ, ਇਹ ਯਕੀਨਨ ਤੌਰ ਤੇ ਹੋਏਗੀ। ਥੈਂਕ ਯੂ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।